ਸਤਿ ਸ੍ਰੀ ਅਕਾਲ। ਪਿਛਲੀ ਕੜੀ ਦੇ ਵਿੱਚ ਕੁਝ ਮੈਂਟਲ ਹੈਲਥ ਦੇ ਉੱਪਰ ਵਿਚਾਰ ਕਰ ਰਹੇ ਸੀ ਔਰ ਡਾਇਬਟੀਜ਼ ਦੇ ਬਾਰੇ ਕੁਝ ਡਿਟੇਲਸ ਦੱਸੀ, ਕਿਉਂਕਿ ਇਹ ਦੋਨੋਂ ਭੈਣ ਭਰਾ ਹਨ, ਡਾਇਬਟੀਜ਼ ਮੈਲਾਈਟਿਸ ਔਰ ਮੈਂਟਲ ਹੈਲਥ। ਪਹਿਲਾਂ ਆਪਾਂ ਇਹਨਾਂ ਦੋਨਾਂ ਨੂੰ ਦੇਖੀਏ ਕਿ ਸਾਡਾ ਮਨ ਜਿਹੜਾ ਹੈ, ਜਦੋਂ ਆਪਾਂ ਡਾਈਟ ਲੈਂਦੇ ਹਾਂ, ਉਹ ਡਾਈਟ ਦਾ ਡਿਸੀਜ਼ਨ ਕਰਦਾ ਹੈ। ਕਿਉਂ ਮੈਂਟਲ ਹੈਲਥ ਨੂੰ ਡਾਇਬਟੀਜ਼ ਨਾਲ ਜੋੜਿਆ ਗਿਆ ਹੈ? ਇਹੀ ਕਾਰਨ ਹੈ ਕਿ ਮੈਂਟਲ ਹੈਲਥ, ਜਦੋਂ ਆਦਮੀ ਨੂੰ ਟੈਨਸ਼ਨ ਹੁੰਦੀ ਹੈ, ਟੈਨਸ਼ਨ ਵੱਧਦੀ ਜਾਂਦੀ ਹੈ ਔਰ ਪਰਿਵਾਰ ਦੇ ਬੰਦਿਆਂ ਨੂੰ ਵੀ ਇਹ ਟੈਨਸ਼ਨ ਵੱਧ ਜਾਂਦੀ ਹੈ। ਪਰਿਵਾਰ ਦਾ ਜਿਹੜਾ ਭੋਜਨ ਹੈ ਉਹ ਇਕੱਠਾ ਬਣਦਾ ਹੈ, ਤਾਂ ਇਸ ਵਾਸਤੇ ਕਈ ਪਰਿਵਾਰਾਂ ਵਿੱਚ ਅਲੱਗ ਵਿਵਸਥਾ ਨਹੀਂ ਹੁੰਦੀ ਹੈ। ਤਾਂ ਆਪਾਂ ਅੱਜ ਦੇਖੀਏ ਕਿ ਜਿਹੜੀ ਮਾਨਸਿਕ ਤਣਾਅ ਹੈ, ਇਹਦੇ ਨਾਲ ਸਾਨੂੰ ਕੀ ਨੁਕਸਾਨ ਹੁੰਦਾ ਹੈ। ਕਿਉਂਕਿ ਮੈਂਟਲ ਹੈਲਥ ਬਹੁਤ ਜ਼ਰੂਰੀ ਹੈ, ਇਹਦੇ ਨਾਲ ਸਾਡੀ ਮੈਮੋਰੀ ਜੁੜੀ ਹੋਈ ਹੈ, ਇਹਦੇ ਨਾਲ ਸਾਡੀ ਚੇਤਨਾ ਜੁੜੀ ਹੋਈ ਹੈ, ਜਿਹਨੂੰ ਅਸੀਂ ਦੂਜੇ ਸ਼ਬਦਾਂ ਦੇ ਵਿੱਚ ਕੌਨਸ਼ੀਅਸ ਕਹਿੰਦੇ ਹਾਂ। ਆਪਣੀ ਕੌਨਸ਼ੀਅਸ ਨੂੰ ਪ੍ਰਮੋਟ ਕਰਨ ਦੀ ਗੱਲ ਹੈ। ਪਹਿਲਾਂ ਕਿਹਾ ਜਾਂਦਾ ਸੀ ਸਿੰਪਲ ਲਿਵਿੰਗ ਹਾਈ ਥਿੰਕਿੰਗ, ਇੱਕ ਫਰੇਜ਼ ਸੀ, ਔਰ ਇਸ ਦਾ ਕਾਰਨ ਇਹ ਸੀ ਕਿ ਸਾਧਾਰਨ ਰਹੋ ਔਰ ਸਾਧਾਰਨ ਖਾਓ, ਪਰ ਉੱਚਾ ਸੋਚੋ। ਪਰ ਇਹ ਕੜੀ ਜਿਹੜੀ ਹੈ, ਇਸ ਦੇ ਉੱਤੇ ਵਿਚਾਰ ਕਰਨਾ ਹੈ ਕਿ ਆਦਮੀ ਦੇ ਵਿਚਾਰ ਉੱਚੇ ਤੇ ਸੁੱਚੇ ਕਿਵੇਂ ਹੋ ਸਕਦੇ ਹਨ। ਉਹਦੇ ਨਾਲ ਮਨ ਦਾ ਕਨੈਕਸ਼ਨ ਹੈ, ਜਿਹੜਾ ਸਾਡਾ ਮਨੋਬਲ ਹੈ, ਉਹ ਮਨੋਬਲ ਇਸ ਨਾਲ ਵੱਧ ਜਾਂਦਾ ਹੈ। ਮਨੋਬਲ ਵੱਧ ਜਾਂਦਾ ਹੈ ਤਾਂ ਸਾਡਾ ਨਿਰਣੈ ਠੀਕ ਹੁੰਦਾ ਹੈ। ਪਹਿਲੀ ਚੀਜ਼ ਤਾਂ ਇਹ ਹੈ, ਯਾਦ ਰੱਖੋ ਕਿ ਪਰਖਣ ਦੀ ਸ਼ਕਤੀ ਸਾਡੀ ਮਜ਼ਬੂਤ ਹੋਣੀ ਚਾਹੀਦੀ ਹੈ। ਜੇ ਪਰਖਣ ਦੀ ਸ਼ਕਤੀ ਠੀਕ ਹੈ, ਕਿੰਨੇ ਵਾਰੀ ਪਾਣੀ ਲੈਣਾ ਹੈ, ਕਿੰਨੇ ਵਾਰੀ ਫਰੂਟ ਲੈਣਾ ਹੈ, ਕਿੰਨੇ ਵਾਰੀ ਸਲਾਦ ਲੈਣਾ ਹੈ, ਕਿਸ ਕਿਸ ਟਾਈਮ ਦੇ ਉੱਤੇ ਖਾਣਾ ਖਾਣਾ ਹੈ, ਔਰ ਖਾਣੇ ਦੇ ਵਿੱਚ ਕੀ ਕੀ ਚੀਜ਼ਾਂ ਚਾਹੀਦੀਆਂ ਹਨ। ਅਸੀਂ ਇੱਕ ਐਕਸਪੈਰੀਮੈਂਟ ਕਰਕੇ ਦੇਖਿਆ, ਇੱਕ ਤਜਰਬਾ ਕਰਕੇ ਦੇਖਿਆ। ਜਦੋਂ ਸਾਡੀ ਟੀਮ ਡਾਇਬਟੀਜ਼ ਦੇ ਕੰਟਰੋਲ ਦੇ ਦੌਰੇ 'ਤੇ ਗਈ, 5 ਦਿਨਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਬੰਦੇ ਦੀ ਸ਼ੂਗਰ ਜਿਹੜੀ ਸੀ, ਉਹ ਤਕਰੀਬਨ ਨਾਰਮਲ ਲੈਵਲ 'ਤੇ ਆਈ। ਪਹਿਲਾਂ ਉਹਨਾਂ ਦੀ ਸ਼ੂਗਰ ਚੈੱਕ ਕੀਤੀ ਗਈ, ਉਸ ਤੋਂ ਮਗਰੋਂ 5 ਦਿਨ ਵਾਸਤੇ ਉਹਨਾਂ ਨੂੰ ਡਾਈਟ ਅਲੱਗ ਐਡਵਾਈਸ ਕੀਤੀ ਗਈ। ਉਹ ਡਾਈਟ ਉੱਥੇ ਹੀ ਬਣਾਈ ਗਈ, ਜੋ ਕੈਂਪ ਸੀ ਉਸੇ ਕੈਂਪ ਦੇ ਵਿੱਚ ਹੀ ਉਸ ਦੀ ਵਿਵਸਥਾ ਕੀਤੀ। ਔਰ ਦੂਸਰੀ ਚੀਜ਼ ਹੈ ਕਿ ਉਹਨਾਂ ਨੂੰ ਐਕਸਰਸਾਈਜ਼ ਕਰਵਾਈ ਗਈ। ਔਰ ਤੀਸਰੀ ਚੀਜ਼ ਜਿਹੜੀ ਉਹ ਕੀਤੀ ਗਈ, ਜਿਹੜੀ ਅਜੇ ਆਪਾਂ ਟੱਚ ਨਹੀਂ ਕੀਤੀ, ਉਹਨਾਂ ਨੂੰ ਮੈਡੀਟੇਸ਼ਨ ਵੀ ਕਰਵਾਇਆ ਗਿਆ। ਤਾਂ ਕੀ ਦੇਖਿਆ ਕਿ ਇੱਕ ਤਾਂ ਉਹਨਾਂ ਦੇ ਮਨ ਵਿੱਚ ਸ਼ਾਂਤੀ ਆਈ, ਉਹਨਾਂ ਦਾ ਮਨੋਬਲ 5 ਦਿਨਾਂ ਵਿੱਚ ਵਧਿਆ, ਜਿਸ ਕਾਰਨ 5 ਦਿਨਾਂ ਦੇ ਅੰਦਰ ਹੀ ਉਹਨਾਂ ਦੀ ਜਿਹੜੀ ਸ਼ੂਗਰ ਹੈ ਉਹ ਕੰਟਰੋਲ ਵਿੱਚ ਆਈ। ਜੇ ਅਸੀਂ ਰੂਟੀਨ ਦੇ ਵਿੱਚ ਇਹ ਚੀਜ਼ਾਂ ਨੂੰ ਜੀਵਨ ਵਿੱਚ ਲੈ ਆਈਏ ਤਾਂ ਇੱਕ ਭਿਆਨਕ ਬਿਮਾਰੀ ਤੋਂ ਬਚਿਆ ਹੀ ਨਹੀਂ ਜਾ ਸਕਦਾ, ਬਲਕਿ ਇਸ ਦੇ ਜਿਹੜੇ ਹੋਣ ਵਾਲੇ ਭਿਆਨਕ ਜਾਂ ਕੰਪਲੀਕੇਸ਼ਨਸ ਹੈ, ਉਹਨਾਂ ਤੋਂ ਵੀ ਸਾਨੂੰ ਛੁਟਕਾਰਾ ਹੋ ਸਕਦਾ ਹੈ। ਇਹਦੇ ਕੰਪਲੀਕੇਸ਼ਨ ਕੀ ਹੈ? ਇਹਦੇ ਕੰਪਲੀਕੇਸ਼ਨਸ ਜਿਹੜੇ ਨੇਗੇ, ਉਸ ਦੇ ਅੰਦਰ ਅਚਾਨਕ ਨਜ਼ਰ ਚਲੀ ਜਾ ਸਕਦੀ ਹੈ, ਅਚਾਨਕ ਬਲੱਡ ਸਪਲਾਈ ਘਟ ਜਾਂਦੀ ਹੈ, ਪੈਰਾਂ ਦਾ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਡਾਇਬਟੀਜ਼ ਦੀਆਂ ਕੁਝ ਨਿਸ਼ਾਨੀਆਂ।
ਡਾਕਟਰ ਤੋਂ ਮਸ਼ਵਰਾ ਲੈ ਕਰਕੇ, ਉਹ ਵੀ ਇੱਕ ਵਿਸ਼ੇਸ਼জ্ञ ਜਿਹਨੂੰ ਅਸੀਂ ਡਾਇਬਟੀਜ਼ ਦਾ ਮਾਹਰ ਕਹਿੰਦੇ ਹਾਂ, ਉਹਨਾਂ ਤੋਂ ਜੇ ਤੁਸੀਂ ਮਸ਼ਵਰਾ ਲਓਗੇ ਤਾਂ ਤੁਹਾਡੀ ਜੀਵਨ ਮੁੱਲ ਵੱਧ ਜਾਏਗਾ ਔਰ ਜੀਵਨ ਦੀ ਵੀ ਆਯੂ ਵੀ ਵੱਧ ਜਾਏਗੀ ਔਰ ਤੁਹਾਨੂੰ ਜਲਦੀ ਬੁਢਾਪਾ ਨਹੀਂ ਆਏਗਾ, ਮੱਥੇ ਦੇ ਉੱਤੇ ਤੁਹਾਡੇ ਚਿਰੜੀਆਂ ਨਹੀਂ ਪੈਣਗੀਆਂ। ਤਾਂ ਇਹ ਚੀਜ਼ਾਂ ਦੇ ਨਾਲ ਲੈਂਦੇ ਹਾਂ ਕਿ ਸਾਥ ਜਿਹੜਾ ਮੈਂਟਲ ਹੈਲਥ ਹੈ ਉਸ ਦੇ ਅੰਦਰ ਜੇ ਅੱਛੇ ਵਿਚਾਰ ਪੈਦਾ ਹੁੰਦੇ ਹਨ, ਉੱਚਾ ਸੋਚੀਏ। ਉੱਚਾ ਕਿਵੇਂ ਸੋਚੀਏ? ਉੱਚੇ ਸੋਚਣ ਦੇ ਨਾਲ ਕੀ ਫਾਇਦੇ ਹਨ? ਉੱਚਾ ਇਸ ਤਰ੍ਹਾਂ ਹੀ ਸੋਚਿਆ ਜਾ ਸਕਦਾ ਹੈ ਕਿ ਅਸੀਂ ਮੈਡੀਟੇਸ਼ਨ ਕਰੀਏ। ਹੁਣ ਆਪਾਂ ਮੈਡੀਟੇਸ਼ਨ ਤਾਂ ਰੋਜ਼ ਕਰਦੇ ਹਾਂ, ਅੱਜ ਆਪਾਂ ਰੋਜ਼ ਦੇਖਦੇ ਵੀ ਹਾਂ ਕਿੰਨੇ ਪ੍ਰਕਾਰ ਦੇ ਮੈਡੀਟੇਸ਼ਨ ਹਨ। ਆਪਾਂ ਦੇਖਦੇ ਹਾਂ ਕਿ ਸੈਂਕੜੇ ਕਿਸਮ ਦੇ ਮੈਡੀਟੇਸ਼ਨ ਅਸੀਂ ਕਰਦੇ ਹਾਂ। ਕਈ ਵਾਰੀ ਮੈਡੀਟੇਸ਼ਨ ਯੋਗਾ ਨੂੰ ਹੀ ਮੈਡੀਟੇਸ਼ਨ ਕਿਹਾ ਜਾਂਦਾ ਹੈ। ਤਾਂ ਉਹਦੇ ਵਿੱਚ ਅਸੀਂ ਸਰੀਰਕ ਕਸਰਤ ਕਰਦੇ ਹਾਂ, ਸਰੀਰ ਨੂੰ ਮੋਲਡ ਕਰਦੇ ਹਾਂ, ਹਰ ਇੱਕ ਜੁਆਇੰਟ ਨੂੰ ਮੋਲਡ ਕਰਦੇ ਹਾਂ। ਪਰ ਕੀ ਹੁੰਦਾ ਹੈ ਕਿ ਉਹਦੇ ਨਾਲ ਕਈ ਵਾਰੀ ਅਸੀਂ ਆਪਣੇ ਮਨ ਨੂੰ ਕਿਸੇ ਮੋਮਬੱਤੀ ਦੇ ਉੱਪਰ ਜਾਂ ਕਿਸੇ ਲਾਈਟ ਦੇ ਉੱਪਰ ਇਕਾਗਰ ਕਰਦੇ, ਆਪਣੇ ਵਿਚਾਰਾਂ ਨੂੰ ਕੰਟਰੋਲ ਕਰਦੇ ਹਾਂ। ਆਪਣੇ ਵਿਚਾਰਾਂ ਨੂੰ ਜਦ ਅਸੀਂ ਕੰਟਰੋਲ ਕਰਦੇ ਹਾਂ, ਇਕਾਗਰਤਾ ਵੱਧ ਜਾਂਦੀ ਹੈ, ਅੰਤਰਮੁਖਤਾ ਵੱਧ ਜਾਂਦੀ ਹੈ। ਉਸ ਦੇ ਨਾਲ ਕੀ ਹੁੰਦਾ ਹੈ? ਉਸ ਦੇ ਨਾਲ ਸਾਨੂੰ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਉਸ ਦੇ ਨਾਲ ਸਾਡਾ ਪਲਸ ਦਾ ਰੇਟ ਵੀ ਘਟ ਜਾਂਦਾ ਹੈ ਔਰ ਸਾਡਾ ਬਲੱਡ ਪ੍ਰੈਸ਼ਰ ਵੀ ਘਟਦਾ ਹੈ। ਸਾਡੇ ਸਾਂਸ ਦੀ ਕਿਰਿਆ ਜਿਹੜੀ ਹੈ 1 ਮਿੰਟ ਵਿੱਚ 25 ਤੇ 1 ਦਿਨ ਦੇ ਵਿੱਚ ਕਮ ਸੇ ਕਮ 3000। ਇਸ ਤਰ੍ਹਾਂ ਹੀ ਇਹ ਵਿਚਾਰ ਜਿਉਂ-ਜਿਉਂ ਘਟਦੇ ਹਨ, ਉਹਨਾਂ ਦੀ ਸ਼ਕਤੀ ਵੱਧਦੀ ਹੈ। ਵਿਚਾਰ ਦੀ ਕੁਆਲਿਟੀ ਜਿਹੜੀ ਹੈ ਉਹ ਪਰਿਵਰਤਨ ਹੋ ਜਾਂਦੀ ਹੈ। ਕੁਆਂਟੀਟੀ ਵਿੱਚ ਜ਼ਰੂਰ ਘਟਿਆ ਕਿਉਂਕਿ ਉਹ ਵਿਚਾਰਾਂ ਵਿੱਚ ਪਾਵਰ ਆ ਗਈ। ਜਿੰਨੇ ਤੁਸੀਂ ਵਿਚਾਰ ਘੱਟ ਕਰੋਗੇ ਓਨਾ ਹੀ ਅੱਛਾ ਹੈ। ਵੇਖਿਆ ਗਿਆ ਹੈ ਕਈ ਵਾਰੀ ਤਣਾਅ ਦੇ ਵਿੱਚ ਆ ਕਰਕੇ ਸਾਡੇ ਵਿਚਾਰਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ, 50-60 ਤੱਕ ਵੀ ਚਲੀ ਜਾਂਦੀ ਹੈ। ਉਸ ਟਾਈਮ ਸਾਡਾ ਜਿਹੜਾ ਸਿਸਟਮ ਹੈ, 2 ਸਿਸਟਮ ਬਾਡੀ ਦੇ ਵਿੱਚ ਹੈ, ਇੱਕ ਸਿੰਪੈਥੈਟਿਕ ਸਿਸਟਮ ਹੈ, ਇੱਕ ਪੈਰਾਸਿੰਪੈਥੈਟਿਕ ਸਿਸਟਮ। ਜਿਹੜਾ ਸਿੰਪੈਥੈਟਿਕ ਸਿਸਟਮ ਹੈ ਉਹ ਫਿਰ ਉਸ ਟਾਈਮ ਦੇ ਉੱਤੇ ਐਕਸ਼ਨ ਕਰਦਾ ਹੈ। ਉਹਦੇ ਵਿੱਚ ਸਾਡੀ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਹੈ, ਖੂਨ ਦਾ ਦੌਰਾ ਵੀ ਵੱਧ ਜਾਂਦਾ ਹੈ, ਪਲਸ ਰੇਟ ਵੀ ਵੱਧ ਜਾਂਦਾ ਹੈ ਔਰ ਤਣਾਅ ਵੀ ਵੱਧ ਜਾਂਦਾ ਹੈ। ਇਸ ਵਾਸਤੇ ਜਦੋਂ ਅਸੀਂ ਮੈਡੀਟੇਸ਼ਨ ਕਰੀਏ ਤਾਂ ਮੈਡੀਟੇਸ਼ਨ ਕਿਸ ਤਰ੍ਹਾਂ ਕਰੀਏ? ਮੈਡੀਟੇਸ਼ਨ ਦੀ ਪ੍ਰਕਿਰਿਆ ਬਹੁਤ ਆਸਾਨ ਹੈ ਔਰ ਬਹੁਤ ਸਹਿਜ ਹੈ। ਉਸ ਦੇ ਵਾਸਤੇ ਸਾਨੂੰ ਭੋਜਨ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਕਹਿੰਦੇ ਆ ਜਿਸ ਤਰ੍ਹਾਂ ਦਾ ਖਾਈਏ ਅੰਨ ਉਹ ਜਿਹਾ ਹੋ ਜਾਏ ਮਨ, ਜੈਸਾ ਪੀਏ ਪਾਣੀ ਵੈਸੇ ਹੋ ਜਾਏ ਵਾਣੀ। ਤਾਂ ਇਹ ਚੀਜ਼ਾਂ ਦੇ ਉੱਤੇ ਅਸੀਂ ਵਿਚਾਰ ਕਰੀਏ ਕਿ ਅਸੀਂ ਅੰਨ ਦੇ ਉੱਤੇ ਜਿਸ ਟਾਈਮ ਆਪਾਂ ਖਾਂਦੇ ਹਾਂ, ਭੋਜਨ ਲੈਂਦੇ ਹਾਂ, ਬਣਾਉਂਦੇ ਹਾਂ ਭੋਜਨ, ਤਾਂ ਉਸ ਦੇ ਉੱਤੇ ਸਾਡੇ ਵਿਚਾਰਾਂ ਦਾ ਅਸਰ ਹੁੰਦਾ ਹੈ। ਘਰ ਦੇ ਵਿੱਚ ਭੋਜਨ ਬਣਾਉਣ ਵਾਲੀ ਗ੍ਰਹਿਣੀ ਅਗਰ ਬਿਲਕੁਲ ਸ਼ਾਂਤੀ ਦੇ ਵਿੱਚ ਰਹਿ ਕਰਕੇ ਵਾਹਿਗੁਰੂ ਦੀ ਨਾਲ ਮਨ ਨੂੰ ਜੋੜ ਕੇ ਉਸ ਭੋਜਨ ਵਿੱਚ ਫਿਰ ਉਹ ਪ੍ਰਸ਼ਾਦ ਬਣ ਜਾਂਦਾ ਹੈ। ਜਿਵੇਂ ਗੁਰਦੁਆਰੇ ਦੇ ਵਿੱਚ ਦੇਗ ਬਣਦੀ ਹੈ, ਮੰਦਰ ਦੇ ਵਿੱਚ ਪ੍ਰਸ਼ਾਦ ਬਣਦਾ ਹੈ, ਇਸ ਤਰ੍ਹਾਂ ਹੀ ਉਹ ਫਿਰ ਪ੍ਰਸ਼ਾਦ ਸਾਡੇ ਮਨ 'ਤੇ ਅਸਰ ਕਰਦਾ ਹੈ, ਮਨ ਦੇ ਤਣਾਅ ਨੂੰ ਰੋਕਦਾ ਹੈ। ਔਰ ਜਦੋਂ ਅਸੀਂ ਮੈਡੀਟੇਸ਼ਨ ਕਰੀਏ ਤਾਂ ਇੱਕ ਗੱਲ ਨੂੰ ਆਪਾਂ ਸਮਝ ਲਈਏ ਕਿ ਆਪਣਾ ਮਨ ਕਿਸੇ ਪਰਮ ਸ਼ਕਤੀ ਨਾਲ ਜੋੜੀਏ, ਜਿਹੜੀ ਸਟੇਬਲ ਹੈ, ਜਿਹੜੀ ਇਕਾਗਰ ਹੈ। ਉਹ ਆਪਾਂ ਸਾਰਿਆਂ ਨੂੰ ਸਮਝ ਹੈ, ਆਪਣੇ ਗੁਰੂਆਂ ਨੇ ਵੀ ਆਪਾਂ ਨੂੰ ਸਮਝ ਦਿੱਤੀ। ਅਕਾਲ ਪੁਰਖ ਪਹਿਲੀ ਪੌੜੀ ਵਿੱਚ ਹੀ ਹੁੰਦਾ, ਏਕ ਓਂਕਾਰ ਸਤਿਨਾਮ ਸ਼੍ਰੀ ਕਰਤਾ ਪੁਰਖ
ਇਹ ਚੀਜ਼ਾਂ ਦੇ ਵਿੱਚ ਉਹ ਜਿਹੜੀ ਪਾਵਰ ਆਉਂਦੀ ਹੈ ਸਾਡੇ ਮਨ ਦੇ ਵਿੱਚ, ਉਹਦੇ 'ਚ ਫਾਇਦਾ ਕੀ ਹੁੰਦਾ ਹੈ? ਕੁਝ ਫਾਇਦਾ ਮੇਰੇ ਆਪਣੇ ਜੀਵਨ ਵਿੱਚ ਆਇਆ, ਤਾਂ ਹੀ ਮੈਂ ਇਹ ਸੇਵਾ ਸ਼ੁਰੂ ਕੀਤੀ। ਉਹਦੇ ਨਾਲ ਮੇਰੇ ਲਾਈਫ ਸਟਾਈਲ 'ਚ ਫਰਕ ਪੈ ਗਿਆ। ਜਿਹੜਾ ਪਹਿਲਾ ਲਾਈਫ ਸਟਾਈਲ ਸੀਗਾ ਉਹ ਨੈਗੇਟਿਵ ਲਾਈਫ ਸਟਾਈਲ ਸੀ, ਉਹ ਫਾਲਟੀ ਲਾਈਫ ਸਟਾਈਲ ਸੀ। ਉਸ ਦੇ ਉੱਤੇ ਚੱਲਦੇ ਰਹੇ। ਜੈਸੇ ਜੈਸੇ ਚੱਲਦੇ ਰਹੇ, ਜਨਮ ਬਾਈ ਜਨਮ ਚੱਲਦੇ ਰਹੇ, ਵਾਤਾਵਰਣ ਜਿਹੜਾ ਹੈ ਉਹ ਦੂਸ਼ਿਤ ਹੁੰਦਾ ਰਿਹਾ। ਅੱਜ ਵੀ ਆਪਾਂ ਦੇਖੀਏ, ਅੱਜ ਵਾਤਾਵਰਣ ਅੱਛਾ ਨਹੀਂ ਹੈ। ਆਪਾਂ 90% ਵਿਚਾਰ ਤਾਂ ਬਾਹਰ ਤੋਂ ਹੀ ਲੈਂਦੇ ਹਾਂ, ਦੁਨੀਆ ਦੇ ਵਿੱਚ ਰਹਿੰਦੇ ਹਾਂ। ਦੂਜੀ ਗੱਲ ਇਹ ਹੈ ਕਿ ਕੁਝ ਵਿਚਾਰ ਆਪਾਂ ਅੰਦਰ ਤੋਂ ਲੈਂਦੇ ਹਾਂ। ਜਦੋਂ ਆਪਾਂ ਅਕੇਲੇ ਬੈਠਦੇ ਹਾਂ, ਆਪਾਂ ਆਪਣੀ ਰੂਹ ਦਾ ਨਿਰੀਖਣ ਕਰਦੇ ਹਾਂ। ਪਰ ਕੀ ਹੋਇਆ ਕਿ ਆਪਾਂ ਆਪਣੇ ਅੰਦਰ ਪਹਿਲਾਂ ਕੁਝ ਇਸ ਤਰ੍ਹਾਂ ਦੇ ਵਿਚਾਰ ਭਰ ਦਿੰਦੇ ਹਾਂ ਕਿ ਜਿਹੜੀ ਸਾਡੀ ਸਿਮਰਤੀ ਵਿੱਚ ਤੇ ਸਾਡੀ ਵਿਰਤੀ ਵਿੱਚ ਚਲੇ ਜਾਂਦੀ ਹੈ। ਜਦੋਂ ਬੰਦੇ ਦੀ ਵਿਰਤੀ ਵੀ ਨੈਗੇਟਿਵ ਹੋ ਜਾਵੇ, ਬਾਹਰ ਦਾ ਵਾਤਾਵਰਣ ਵੀ ਦੂਸ਼ਿਤ ਹੋ ਜਾਵੇ, ਉਸ ਟਾਈਮ ਦੇ ਉੱਤੇ ਬੰਦੇ ਦੀ ਇਕਾਗਰਤਾ ਬਣਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਇਹ ਚੀਜ਼ ਹੈ ਕਿ ਮੈਂਟਲ ਹੈਲਥ ਦੇ ਵਿੱਚ ਜਦੋਂ ਮੈਡੀਟੇਸ਼ਨ ਹੁੰਦੀ ਹੈ ਤਾਂ ਉਸ ਟਾਈਮ ਦੇ ਉੱਤੇ ਕੀ ਹੁੰਦਾ ਹੈ ਕਿ ਬ੍ਰੇਨ ਦੇ ਅੰਦਰ ਕੁਝ ਪੋਜ਼ਿਟਿਵ ਕੈਮੀਕਲ ਪੈਦਾ ਹੁੰਦੇ ਹਨ। ਜਿਸ ਤਰ੍ਹਾਂ ਤਣਾਅ ਦੇ ਨਾਲ ਨੈਗੇਟਿਵ ਕੈਮੀਕਲਸ ਹੁੰਦੇ ਹਨ, ਇਸ ਤਰ੍ਹਾਂ ਹੀ ਸਾਡੇ ਅੱਛੇ ਵਿਚਾਰਾਂ ਦੇ ਨਾਲ ਪੋਜ਼ਿਟਿਵ ਕੈਮੀਕਲਸ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇੰਡੋਰਫਿਨਸ, ਸੀਰੋਟੋਨਿਨ ਔਰ ਤੀਸਰਾ ਹੈ ਡੋਪਾਮਾਈਨ। ਇਸ ਤਰ੍ਹਾਂ ਦੇ ਵਿਚਾਰ, ਇਹ ਜਿਹੜੀ ਪੋਜ਼ਿਟਿਵ ਕੈਮੀਕਲਸ ਹਨ, ਹਾਰਮੋਨਸ ਹਨ, ਇਹਦੇ ਨਾਲ ਸਾਡਾ ਹਾਰਮੋਨਲ ਸਿਸਟਮ ਸੰਤੁਲਿਤ ਰਹਿੰਦਾ ਹੈ। ਕਿਉਂਕਿ ਜੇ ਆਪਣੇ ਜੀਵਨ ਹਾਰਮੋਨੀ ਵਿੱਚ ਰਹਿੰਦੀ ਹੈ ਤਾਂ ਸਾਡੀ ਜਿਹੜੀ ਹੈ, ਇੱਕ ਮਿੰਟ ਵਾਸਤੇ ਇਹ ਸੋਚੀਏ ਕਿ ਸਾਡੀ ਜੀਵਨ ਵਿੱਚ ਤਣਾਅ ਨਹੀਂ ਆ ਸਕਦਾ। ਆਪਣੀ ਜੀਵਨ ਤਣਾਅ ਮੁਕਤ ਹੋ ਜਾਂਦੀ ਹੈ ਔਰ ਤੰਦਰੁਸਤ ਹੋ ਜਾਂਦੀ ਹੈ। ਜਦੋਂ ਜੀਵਨ ਤੰਦਰੁਸਤ ਹੋ ਜਾਂਦੀ ਹੈ ਤਾਂ ਤਣਾਅ ਤੋਂ ਮੁਕਤੀ ਹੋ ਜਾਂਦੀ ਹੈ, ਤਾਂ ਉਸ ਨੂੰ ਸੱਚੀ ਮੁਕਤੀ ਕਿਹਾ ਜਾਂਦਾ ਹੈ। ਤਾਂ ਆਪਣਾ ਜੀਵਨ ਖੁਸ਼ੀ ਦੇ ਨਾਲ ਬਤੀਤ ਕਰ ਸਕਦੇ ਹਾਂ। ਖੁਸ਼ੀ ਵਰਗੀ ਖੁਰਾਕ ਨਹੀਂ, ਚਿੰਤਾ ਵਰਗਾ ਰੋਗ ਨਹੀਂ, ਤਾਂ ਆਪਾਂ ਆਪਣੇ ਜੀਵਨ ਨੂੰ ਅੱਛੀ ਤਰ੍ਹਾਂ ਬਤੀਤ ਕਰਦੇ ਹਾਂ। ਸਤਿ ਸ੍ਰੀ ਅਕਾਲ।